ਤਬਾਹੀ ਦਾ ਇਤਿਹਾਸ। ਜਿਨ੍ਹਾਂ ਨੇ ਮਹਾਨ ਕਾਰਨਾਮੇ ਕੀਤੇ, ਇਤਿਹਾਸ ਵਿੱਚ ਉਹਨਾਂ ਦਾ ਜ਼ਿਕਰ ਹੀ ਨਹੀਂ। ਸੁਕਰਾਤ, ਨਿਊਟਨ, ਐਡੀਸਨ, ਸਟੀਵਨਸਨ, ਫਰਾਇਡ, ਮਾਰਕੋਨੀ ਤੇ ਆਇਨਸਟੀਨ ਦੇ ਨਾਂ ਇਤਿਹਾਸ ਵਿੱਚੋਂ ਗੈਰ ਹਾਜ਼ਰ ਹਨ। ਪਤਾ ਨਹੀਂ ਕਿਉਂ ਤੇ ਕਿਵੇਂ ਇਤਿਹਾਸ ਕੇਵਲ ਰਾਜਿਆਂ ਤੇ ਲੜਾਈਆਂ ਤੱਕ ਸੁੰਗੜ ਕੇ ਰਹਿ ਗਿਆ। ਇਤਿਹਾਸ ਹੋਣਾ ਚਾਹੀਦਾ ਸੀ ਉਹਨਾਂ ਦਾ ਜਿਨ੍ਹਾਂ ਨੇ ਮਨੁੱਖਤਾ ਲਈ ਨਵੇਂ ਦਿਸ ਹੱਦੇ ਉਸਾਰੇ, ਪਰ ਇਤਿਹਾਸ ਬਣ ਗਿਆ ਉਹਨਾਂ ਦਾ ਜਿਨ੍ਹਾਂ ਨੇ ਵੱਡੀਆਂ ਤਬਾਹੀਆਂ ਮਚਾਈਆਂ। ਜਿਹੋ ਜਿਹਾ ਇਤਿਹਾਸ ਹੋਏਗਾ ਉਹੋ ਜਿਹੇ ਵਾਰਸ ਪੈਦਾ ਹੋਣਗੇ। ਇਤਿਹਾਸ ਨੇ ਮਰਨ ਮਾਰਨ ਨੂੰ ਬਹਾਦਰੀ ਕਹਿ ਦਿੱਤਾ, ਪਰ ਇਤਿਹਾਸ ਸੁਨਾਮੀਆਂ ਤੋਂ ਮਗਰੋਂ ਹੋਈਆਂ ਪੁਨਰ ਉਸਾਰੀਆਂ ਬਾਰੇ ਚੁੱਪ ਹੈ। ਕਿਉਂ? ਧੰਨਵਾਦ। ਲੇਖਕ। ਮਹੱਤਵਪੂਰਨ ਰਚਨਾ ਕਰਦਿਆਂ ਲੇਖਕ ਆਪਣੀ ਰਚਨਾ ਨਾਲ ਇੱਕਮਿਕ ਹੋ ਜਾਂਦਾ ਹੈ। ਉਹ ਪਾਤਰ ਵਾਂਗ ਵਿਚਰਨ ਲੱਗ ਪੈਂਦਾ ਹੈ, ਉਸ ਵਾਂਗ ਸੋਚਣ ਤੇ ਬੋਲਣ ਲੱਗ ਪੈਂਦਾ ਹੈ। ਟਾਲਸਟਾਏ ਦੀ ਇੱਕ ਰਚਨਾ ਵਿੱਚ ਉਹਦੇ ਪਾਤਰ ਨੇ ਜ਼ਹਿਰ ਖਾ ਲਿਆ। ਇਸ ਸਥਿਤੀ ਨੂੰ ਟਾਲਸਟਾਏ ਨੇ ਇੰਨੀ ਸ਼ਿੱਦਤ ਨਾਲ ਉਸਾਰਿਆ ਸੀ ਕਿ ਉਹ ਆਪ ਨਿਢਾਲ ਹੋ ਗਿਆ ਤੇ ਉਹਦੇ ਹੱਥ ਪੈਰ ਨੀਲੇ ਹੋ ਗਏ। ਡਾਕਟਰ ਕੋਲ ਲੈ ਗਏ। ਡਾਕਟਰ ਨੇ ਪਰਖ ਕਰਕੇ ਕਿਹਾ, ਇਹਨਾਂ ਦੀ ਸਰੀਰਕ ਹਾਲਤ ਤੋਂ ਲੱਗਦਾ ਹੈ ਕਿ ਇਹਨਾਂ ਨੇ ਜ਼ਹਿਰ ਖਾ ਲਿਆ। ਧੰਨਵਾਦ। ਮਿਹਨਤ ਤੇ ਅਮੀਰੀ। ਲੋਕ ਸਮਝਦੇ ਹਨ ਕਿ ਉਦਯੋਗਪਤੀ ਜਾਂ ਅਮੀਰ ਵਪਾਰੀ ਹਰ ਵੇਲੇ ਐਸ਼ ਕਰਦੇ ਹਨ। ਉਹਨਾਂ ਕੋਲ ਐਸ਼ ਕਰਨ ਦਾ ਸਾਰਾ ਸਮਾਨ ਤੇ ਸਾਰੀਆਂ ਸਹੂਲਤਾਂ ਹੁੰਦੀਆਂ ਹਨ, ਪਰ ਉਹ ਸਾਰਾ ਦਿਨ ਕੰਮ ਕਰਦੇ ਹਨ। ਅੰਬਾਨੀ ਦਾ ਪੁੱਤਰ ਅਮਰੀਕਾ 'ਚ ਪੜ੍ਹਦਾ ਸੀ। ਅੰਤਮ ਪ੍ਰੀਖਿਆ ਉਪਰੰਤ 3 ਘੰਟੇ ਵਿੱਚ ਉਹ ਭਾਰਤ ਲਈ ਉਡਾਣ ਵਾਸਤੇ ਹਵਾਈ ਅੱਡੇ 'ਤੇ ਸੀ। ਭਾਰਤ ਪਹੁੰਚਣ 'ਤੇ 2.5 ਘੰਟੇ ਮਗਰੋਂ ਉਹ ਆਪਣੀ ਨਵੀਂ ਕੰਪਨੀ ਦਾ ਉਦਘਾਟਨ ਕਰ ਰਿਹਾ ਸੀ। ਧੰਨਵਾਦ। ਸਿੱਖਿਆ। ਪ੍ਰਧਾਨ ਮੰਤਰੀ ਮਨਮੋਹਨ ਸਿੰਘ ਤੋਂ ਇੱਕ ਵਿਦੇਸ਼ੀ ਪੱਤਰਕਾਰ ਨੇ ਪੁੱਛਿਆ, ਤੁਸੀਂ ਕੈਂਬਰਿਜ ਯੂਨੀਵਰਸਿਟੀ ਵਿੱਚ ਰਹੇ ਹੋ, ਤੁਸੀਂ ਕੈਂਬਰਿਜ ਤੋਂ ਕੀ ਸਿੱਖਿਆ? ਮਨਮੋਹਨ ਸਿੰਘ ਨੇ ਕਿਹਾ, ਕੈਂਬਰਿਜ ਨੇ ਮੈਨੂੰ ਸਿਖਾਇਆ ਹੈ ਕਿ ਦੂਜੇ ਦਾ ਤਰਕ ਧੀਰਜ ਨਾਲ ਸੁਣੋ, ਆਪਣਾ ਤਰਕ ਨਿਡਰ ਹੋ ਕੇ ਪ੍ਰਗਟਾਓ ਤੇ ਬੋਲਬਾਣੀ ਵਿੱਚ ਸਲੀਕਾ ਵਰਤੋ। ਧੰਨਵਾਦ। ਬਾਬਾ ਬੁੱਢਾ ਜੀ। ਗੁਰੂ ਹਰਗੋਬਿੰਦ ਸਾਹਿਬ ਨੇ ਬਾਬਾ ਬੁੱਢਾ ਜੀ ਤੋਂ ਪੁੱਛਿਆ, ਤੁਸੀਂ ਸਭ ਗੁਰੂ ਸਾਹਿਬਾਂ ਦੇ ਦੀਦਾਰ ਕੀਤੇ ਹਨ, ਕਿਹੋ ਜਿਹੇ ਸਨ ਉਹ ਸਭ? ਬਾਬਾ ਬੁੱਢਾ ਜੀ ਦਾ ਉੱਤਰ ਸੀ, ਗੁਰੂ ਨਾਨਕ ਨਿਰਾ ਨੂਰ ਸਨ, ਪ੍ਰਭੂ ਦਾ ਰੂਪ ਸਨ। ਗੁਰੂ ਅੰਗਦ ਤਾਂ ਨਿਰੇ ਸਾਧੂ ਸਨ, ਪਿਆਰ ਦੀ ਮੂਰਤ। ਗੁਰੂ ਅਮਰਦਾਸ ਸੇਵਾ ਦੇ ਪੁੰਜ ਸਨ, ਹਰ ਕਿਸੇ ਲਈ ਹਰ ਵੇਲੇ ਅਸੀਸਾਂ ਦਾ ਖਜ਼ਾਨਾ ਸਨ। ਗੁਰੂ ਰਾਮਦਾਸ ਪਰਮ ਪਿਆਰੇ ਤੇ ਮਿਹਰਬਾਨ ਸਨ। ਗੁਰੂ ਅਰਜਨ ਦੇਵ ਵਿਦਵਤਾ ਤੇ ਤਿਆਗ ਦੀ ਸਿਖਰ ਸਨ। ਇਹ ਬਾਬਾ ਬੁੱਢਾ ਜੀ ਕਰਕੇ ਹੀ ਸੀ ਕਿ ਗੁਰਗੱਦੀ ਅਮਨ ਅਮਾਨ ਨਾਲ ਬਦਲਦੀ ਰਹੀ ਸੀ। ਧੰਨਵਾਦ। ਪਤੀ ਪਤਨੀਆਂ। ਅਮਰੀਕਨ ਪਤਨੀਆਂ ਚਾਹੁੰਦੀਆਂ ਹਨ ਕਿ ਪਤੀਆਂ ਨੂੰ ਨੌਕਰਾਂ ਵਾਲੇ ਸਾਰੇ ਕੰਮ ਆਉਂਦੇ ਹੋਣ। ਮੁਸਲਿਮ ਦੇਸ਼ਾਂ ਵਿੱਚ ਪਤਨੀਆਂ ਤਾਂ ਹੁੰਦੀਆਂ ਹੀ ਨਹੀਂ, ਬੁਰਕੇ ਵਾਲੀਆਂ ਗੁਲਾਮ ਹੀ ਹੁੰਦੀਆਂ ਹਨ। ਜਾਪਾਨੀ ਪਤਨੀਆਂ ਪਤਨੀਆਂ ਨਾਲੋਂ ਦਾਸੀਆਂ ਵਧੇਰੇ ਹੁੰਦੀਆਂ ਹਨ। ਫਰਾਂਸੀਸੀ ਪਤਨੀਆਂ ਅਸਲੀ ਪਤੀ ਹੁੰਦੀਆਂ ਹਨ। ਭਾਰਤ ਵਿੱਚ ਵਿਹਾਰ ਤੋਂ ਪਤਾ ਹੀ ਨਹੀਂ ਲੱਗਦਾ ਕਿ ਪਤੀ ਕਿਹੜਾ ਹੈ ਤੇ ਪਤਨੀ ਕਿਹੜੀ ਹੈ। ਬਸ ਇੰਨਾ ਹੀ ਪਤਾ ਲੱਗਦਾ ਹੈ ਕਿ ਇਹ ਵਿਆਹੇ ਹੋਏ ਹਨ। ਧੰਨਵਾਦ। ਪ੍ਰਜਾਤੰਤਰ। ਜੇ ਗਾਂਧੀ ਨਹਿਰੂ ਨਾ ਹੁੰਦੇ ਤਾਂ ਵੀ ਭਾਰਤ ਨੇ ਆਜ਼ਾਦ ਤਾਂ ਹੋ ਜਾਣਾ ਸੀ, ਪਰ ਇਸਨੇ ਪ੍ਰਜਾਤੰਤਰ ਨਹੀਂ ਸੀ ਬਣਨਾ। ਜਿਨ੍ਹਾਂ ਦੇਸ਼ਾਂ ਵਿੱਚ ਗਾਂਧੀ ਨਹਿਰੂ ਵਰਗੇ ਆਗੂ ਨਹੀਂ ਸਨ, ਉਹ ਵੀ ਆਜ਼ਾਦ ਹੋ ਗਏ ਹਨ। ਪਰ ਇਹ ਇੱਕ ਅਚੰਭਾ ਹੀ ਹੈ ਕਿ ਭਾਰਤ ਜਿਹਾ ਗਰੀਬ ਤੇ ਪਛੜਿਆ ਹੋਇਆ ਅਨਪੜ੍ਹ ਦੇਸ਼ ਪ੍ਰਜਾਤੰਤਰ ਦੇ ਪੱਖੋਂ ਅਮੀਰ ਪਰੰਪਰਾ ਦਾ ਧਾਰਨੀ ਹੈ।
ਭਾਰਤ ਵਿੱਚ ਤਾਂ ਸੰਪਰਦਾਇਕ ਪਾਰਟੀਆਂ ਵੀ ਪ੍ਰਜਾਤੰਤਰ ਦੀ ਗੱਲ ਕਰਦੀਆਂ ਹਨ। ਅਸੀਂ ਸੁਤੰਤਰਤਾ ਸੰਗਰਾਮ ਅੰਗਰੇਜ਼ਾਂ ਤੋਂ ਆਜ਼ਾਦੀ ਲਈ ਲੜਿਆ ਸੀ, ਪਰ ਪ੍ਰਜਾਤੰਤਰ ਦੀਆਂ ਗੱਲਾਂ ਗਾਂਧੀ ਜੀ ਤੇ ਨਹਿਰੂ ਨੇ ਸਪਸ਼ਟ ਕਰ ਦਿੱਤੀਆਂ ਸਨ। ਭਾਰਤੀ ਪ੍ਰਜਾਤੰਤਰ ਦੇ ਨਟ ਬੋਲਟਾਂ 'ਤੇ ਗਾਂਧੀ ਜੀ ਦਾ ਨਾਂ ਉਕਰਿਆ ਹੋਇਆ ਹੈ। ਧੰਨਵਾਦ। ਉੱਤਰ ਦੀ ਤਲਾਸ਼। ਬਾਬਾ ਆਮਟੇ ਕੋਹੜੀ ਆਸ਼ਰਮ ਵਿੱਚ ਕੋਹੜੀਆਂ ਦੀ ਤੇ ਨਾਲ ਲੱਗਦੇ ਆਸ਼ਰਮ ਵਿੱਚ ਮੰਦ ਬੁੱਧੀ ਵਾਲੇ ਤੇ ਵਿਕਲਾਂਗ ਬੱਚਿਆਂ ਦੀ ਦੇਖਭਾਲ ਕਰਦੇ ਸਨ। ਇੱਕ ਦਿਨ ਉਹ ਕੋਹੜੀਆਂ ਦੇ ਆਸ਼ਰਮ ਵਿੱਚ ਤੇ ਇੱਕ ਦਿਨ ਬੱਚਿਆਂ ਦੇ ਆਸ਼ਰਮ ਵਿੱਚ ਗੁਜ਼ਾਰਦੇ ਸਨ। ਬੱਚਿਆਂ ਦੇ ਆਸ਼ਰਮ ਵਿੱਚ ਇੱਕ ਵਿਕਲਾਂਗ ਬੱਚੇ ਆਲੋਕ ਨੇ ਬਾਬਾ ਆਮਟੇ ਨੂੰ ਪੁੱਛਿਆ, ਪਰਮਾਤਮਾ ਨੇ ਮੈਨੂੰ ਵਿਕਲਾਂਗ ਕਿਉਂ ਬਣਾਇਆ? ਬਾਬਾ ਆਮਟੇ ਨੇ ਕਿਹਾ, ਤੇਰੇ ਮਾਪਿਆਂ ਵਿੱਚ ਨਿਮਰਤਾ ਤੇ ਸੇਵਾ ਭਾਵ ਉਪਜਾਉਣ ਲਈ। ਸੁਣ ਕੇ ਆਲੋਕ ਨੇ ਪੁੱਛਿਆ, ਮੇਰੇ ਮਾਪਿਆਂ ਵਿੱਚ ਨਿਮਰਤਾ ਤੇ ਸੇਵਾ ਭਾਵ ਉਪਜਾਉਣ ਲਈ ਮੈਨੂੰ ਵਿਕਲਾਂਗ ਕਿਉਂ ਬਣਾਇਆ? ਬਾਬਾ ਆਮਟੇ ਕੋਲ ਆਲੋਕ ਦੀ ਤਸੱਲੀ ਕਰਵਾਉਣ ਵਾਲਾ ਕੋਈ ਉੱਤਰ ਨਹੀਂ ਸੀ। ਇਸ ਵਾਰਤਾਲਾਪ ਉਪਰੰਤ ਬਾਬਾ ਆਮਟੇ ਜਦੋਂ ਕਿਸੇ ਨੂੰ ਮਿਲਦੇ ਤਾਂ ਆਲੋਕ ਵਾਲੀ ਗੱਲਬਾਤ ਦੱਸ ਕੇ ਕਹਿੰਦੇ, ਮੈਂ ਆਲੋਕ ਦੇ ਪ੍ਰਸ਼ਨ ਦਾ ਉੱਤਰ ਤਲਾਸ਼ ਰਿਹਾ ਹਾਂ। ਧੰਨਵਾਦ। ਮਨ ਦਾ ਸੰਤਾਪ। ਮਨ ਦੀ ਹਾਲਤ ਸਰੀਰ ਦੀ ਹਾਲਤ ਨੂੰ ਬਦਲ ਦਿੰਦੀ ਹੈ। ਇੱਕ ਮਰੀਜ਼ ਬਾਰੇ ਡਾਕਟਰ ਨੇ ਉਸਦੇ ਰਿਸ਼ਤੇਦਾਰਾਂ ਨੂੰ ਦੱਸਿਆ ਕਿ ਇਹ ਇੱਕ ਹਫ਼ਤੇ 'ਚ ਮਰ ਸਕਦਾ ਹੈ। ਮਰੀਜ਼ ਨੇ ਉਹ ਹਫ਼ਤਾ ਚਾਰਲੀ ਚੈਪਲਿਨ ਦੀਆਂ ਫਿਲਮਾਂ ਵੇਖੀਆਂ, ਖੂਬ ਹੱਸਿਆ, ਕਈ ਸਾਲ ਜਿਉਂਦਾ ਰਿਹਾ। ਪ੍ਰਸਿੱਧ ਅੰਗਰੇਜ਼ੀ ਕਵੀ ਬ੍ਰਾਉਨਿੰਗ ਦੀ ਪ੍ਰੇਮਿਕਾ ਨੂੰ ਤਪਦਿਕ ਸੀ। ਜਦੋਂ ਬ੍ਰਾਉਨਿੰਗ ਨੂੰ ਪਤਾ ਲੱਗਿਆ ਕਿ ਉਹ ਤਾਂ ਬੜੀ ਜਲਦੀ ਮਰ ਜਾਏਗੀ, ਤਾਂ ਬ੍ਰਾਉਨਿੰਗ ਨੇ ਉਸਨੂੰ ਹਰ ਰੋਜ਼ ਇੱਕ ਲੰਮਾ ਪ੍ਰੇਮ ਪੱਤਰ ਲਿਖਣਾ ਆਰੰਭ ਕੀਤਾ ਅਤੇ ਪ੍ਰੇਮਿਕਾ ਉਸੇ ਦਿਨ ਆਏ ਪੱਤਰ ਦਾ ਉੱਤਰ ਭੇਜ ਦਿੰਦੀ ਸੀ। ਉਹ 2 ਦਹਾਕਿਆਂ ਤੋਂ ਵੱਧ ਜਿਉਂਦੀ ਰਹੀ। ਇਹਨਾਂ ਦੇ ਚਿੱਠੀ ਪੱਤਰਾਂ ਨੂੰ ਛਾਪਿਆ ਗਿਆ, ਜਿਨ੍ਹਾਂ ਨੂੰ ਪੜ੍ਹ ਕੇ ਕਈ ਹੋਰ ਮਰੀਜ਼ ਵੀ ਠੀਕ ਹੁੰਦੇ ਰਹੇ। ਤਪਦਿਕ ਫੇਫੜਿਆਂ ਨਾਲੋਂ ਵਧੇਰੇ ਮਨ ਦੇ ਸੰਤਾਪ ਦਾ ਰੋਗ ਹੈ। ਰੋਗ ਮਨ ਦਾ ਹੈ, ਪਰ ਕਿਉਂਕਿ ਮਨ ਦਾ ਸਥੂਲ ਰੂਪ ਨਹੀਂ ਹੈ, ਸੋ ਅਸਰ ਫੇਫੜਿਆਂ 'ਤੇ ਪਾਉਂਦਾ ਹੈ। ਮਨ ਤੰਦਰੁਸਤ ਹੋਵੇ, ਸਰੀਰ ਰਿਸ਼ਟ ਪੁਸ਼ਟ ਰਹਿੰਦਾ ਹੈ। ਧੰਨਵਾਦ। ਸ਼ਬਦਾਵਲੀ। ਜਿਵੇਂ ਕਈ ਸ਼ਬਦ ਸਾਡੀ ਸ਼ਬਦਾਵਲੀ ਵਿੱਚ ਸ਼ਾਮਲ ਹੋ ਜਾਂਦੇ ਹਨ, ਉਵੇਂ ਹੀ ਕਈ ਸ਼ਬਦ ਅਛੋਪਲੇ ਜਿਹੇ ਨਿਕਲ ਜਾਂਦੇ ਹਨ। ਜੀਵਨ ਦੇ ਸ਼ਹਿਰੀਕਰਨ ਨਾਲ ਪੇਂਡੂ ਸ਼ਬਦਾਵਲੀ ਲੋਪ ਹੋ ਜਾਂਦੀ ਹੈ ਤੇ ਸ਼ਹਿਰੀ ਸ਼ਬਦ ਉਹਨਾਂ ਦੀ ਥਾਂ ਲੈ ਲੈਂਦੇ ਹਨ। ਪੁਰਾਣੇ ਜ਼ਮਾਨੇ ਵਿੱਚ ਫਾਲਤੂ ਦੀ ਦਲੀਲਬਾਜ਼ੀ ਨੂੰ ਟੁੱਚਰ ਕਹਿੰਦੇ ਸਨ। ਜਿਸ ਦੀ ਛੱਤ ਡਿੱਗ ਪਈ ਹੋਵੇ ਪਰ ਕੰਧਾਂ ਖੜੀਆਂ ਹੋਣ, ਉਸਨੂੰ ਖੋਲਾ ਕਿਹਾ ਜਾਂਦਾ ਸੀ। ਜਿਹੜਾ ਮੱਲੋ ਮੱਲੀ ਮੁਖੀ ਬਣਦਾ ਸੀ, ਉਹਨੂੰ ਖੜਪੈਂਚ ਕਹਿੰਦੇ ਸਨ, ਜਿਹੜਾ ਸਰਪੰਚ ਦਾ ਉਲਟ ਹੁੰਦਾ ਸੀ। ਪੁਰਸ਼ਾਂ ਵਿੱਚ ਪੱਗਵਟ ਭਰਾ ਹੁੰਦੇ ਸਨ, ਇਸਤਰੀਆਂ ਵਿੱਚ ਗੁੱਤ ਵੰਡ ਭੈਣਾਂ ਦਾ ਸੰਕਲਪ ਚੱਲਿਆ ਨਹੀਂ ਸੀ। ਪੁਰਾਣੇ ਬਚਪਨ ਦੇ ਯਾਰਾਂ ਨੂੰ ਲੋਗੜੂ ਬੋਗੜੂ ਕਿਹਾ ਜਾਂਦਾ ਸੀ। ਜਿਵੇਂ ਸਤੀ ਦੀ ਰਸਮ ਸੀ, ਉਵੇਂ ਕੁਝ ਕਬੀਲਿਆਂ ਵਿੱਚ ਸੱਤੂ ਦੀ ਰਸਮ ਵੀ ਹੋਇਆ ਕਰਦੀ ਸੀ। ਜਿਹੜਾ ਹਰ ਥਾਂ ਆਪਣਾ ਸਵਾਰਥ ਸਿੱਧ ਕਰਦਾ ਸੀ, ਉਸਨੂੰ ਹਰ ਦੇਗੀ ਚਮਚਾ ਕਿਹਾ ਜਾਂਦਾ ਸੀ। ਧੰਨਵਾਦ। ਆਖਿਰ ਕਿਉਂ? ਕਈ ਸਾਰੀ ਜ਼ਿੰਦਗੀ ਬੀੜੀਆਂ ਸਿਗਰਟਾਂ ਪੀਂਦੇ ਹਨ, ਫਿਰ ਹੈਰਾਨ ਹੁੰਦੇ ਹਨ ਕਿ ਕੈਂਸਰ ਕਿਵੇਂ ਹੋ ਗਿਆ। ਕਈ ਸਾਰਾ ਜੀਵਨ ਮੀਟ ਮੁਰਗਾ ਤੇ ਤਲੀਆਂ ਚੀਜ਼ਾਂ ਖਾਂਦੇ ਹਨ, ਪੁੱਛਦੇ ਹਨ ਨਾੜਾਂ ਕਿਉਂ ਸੁੰਗੜ ਗਈਆਂ। ਕਈ ਸਾਰਾ ਜੀਵਨ ਹੋਰਾਂ ਨੂੰ ਕੋਸਦੇ ਭੰਡਦੇ ਹਨ, ਫਿਰ ਹੈਰਾਨ ਹੁੰਦੇ ਹਨ ਕਿ ਦਿਲ ਦਾ ਦੌਰਾ ਕਿਉਂ ਪੈ ਗਿਆ। ਕਈ ਸਾਰਾ ਜੀਵਨ ਹੋਰਾਂ ਨੂੰ ਹਰਾਉਣ ਵਾਸਤੇ ਦੌੜਦੇ ਰਹਿੰਦੇ ਹਨ, ਫਿਰ ਹੈਰਾਨ ਹੁੰਦੇ ਹਨ ਕਿ ਗੋਡੇ ਕਿਉਂ ਨਹੀਂ ਚੱਲਦੇ। ਧੰਨਵਾਦ। ਯੋਗਤਾਵਾਂ।
ਕਿਸੇ ਨੂੰ ਜ਼ਿੰਮੇਵਾਰੀ ਵਾਲੇ ਅਹੁਦੇ 'ਤੇ ਨਿਯੁਕਤ ਕਰਨ ਸਮੇਂ ਉਸ ਦੀ ਯੋਗਤਾ ਹੀ ਨਾ ਵਿਚਾਰੋ, ਉਸ ਵੱਲੋਂ ਆਪਣੀਆਂ ਗਲਤੀਆਂ ਸਵੀਕਾਰਨ ਦਾ ਦ੍ਰਿਸ਼ਟੀਕੋਣ ਵੀ ਜਾਣੋ। ਉਸ ਦੀ ਅਸਹਿਮਤ ਹੋਣ ਦੀ ਦਲੇਰੀ ਵੀ ਵੇਖੋ ਅਤੇ ਸੁਤੰਤਰ ਰੂਪ ਵਿੱਚ ਸੋਚਣ ਅਤੇ ਫੈਸਲੇ ਕਰਨ ਦੀ ਸਮਰੱਥਾ ਵੀ ਪਰਖੋ। ਉਸ ਦੀ ਇਕੱਲਿਆਂ ਕਾਰਜ ਕਰਨ ਅਤੇ ਹੋਰਾਂ ਨਾਲ ਰਲ ਕੇ ਕੰਮ ਕਰਨ ਦੀ ਯੋਗਤਾ ਵੀ ਮਾਪਣੀ ਚਾਹੀਦੀ ਹੈ। ਡਿਗਰੀਆਂ ਮਹੱਤਵਪੂਰਨ ਹੁੰਦੀਆਂ ਹਨ, ਜਿਹੜੀਆਂ ਦੱਸਦੀਆਂ ਹਨ ਕਿ ਵਿਅਕਤੀ ਕੀ ਜਾਣਦਾ ਹੈ। ਮੁਲਾਕਾਤ ਉਸ ਦੀਆਂ ਯੋਗਤਾਵਾਂ, ਸਮਰੱਥਾਵਾਂ, ਦ੍ਰਿਸ਼ਟੀਕੋਣਾਂ ਅਤੇ ਪਹੁੰਚ ਜਾਣਨ ਲਈ ਹੁੰਦੀ ਹੈ। ਧੰਨਵਾਦ। ਸ਼ਹਿਨਾਈ ਵਾਦਕ। ਵਕਤ ਦੀ ਗੱਲ ਹੈ, 1 ਰੁਪਈਆ ਲੈ ਕੇ ਸ਼ਾਦੀ ਦੇ ਮੰਡਪ ਵਿੱਚ ਸਾਰੀ ਰਾਤ ਸ਼ਹਿਨਾਈ ਵਜਾਉਣ ਵਾਲੇ ਉਸਤਾਦ ਬਿਸਮਿਲ੍ਹਾ ਖਾਨ ਦੀ ਸ਼ਹਿਨਾਈ ਲਾਲ ਕਿਲ੍ਹੇ ਤੋਂ ਪ੍ਰਧਾਨ ਮੰਤਰੀ ਦੇ ਭਾਸ਼ਣ ਤੋਂ ਪਹਿਲਾਂ ਗੂੰਜਿਆ ਕਰਦੀ ਸੀ। ਜਦੋਂ ਮੁਸਲਮਾਨ ਪਾਕਿਸਤਾਨ ਜਾ ਰਹੇ ਸਨ, ਬਿਸਮਿਲ੍ਹਾ ਖਾਨ ਉਦੋਂ ਲਾਲ ਕਿਲ੍ਹੇ 'ਤੇ ਸ਼ਹਿਨਾਈ ਵਜਾ ਰਿਹਾ ਸੀ। ਬਿਸਮਿਲ੍ਹਾ ਖਾਨ ਇੱਕ ਵਾਰੀ ਸ਼ਹਿਨਾਈ ਵਜਾਉਣ ਦੇ 5 ਲੱਖ ਰੁਪਏ ਲੈਂਦਾ ਸੀ, ਪਰ ਉਹ ਗਰੀਬ ਹੀ ਰਿਹਾ, ਕਿਉਂਕਿ ਉਹ 100 ਵਿਹਲੜਾਂ ਦਾ ਪਰਿਵਾਰ ਪਾਲ ਰਿਹਾ ਸੀ। ਬਿਸਮਿਲ੍ਹਾ ਖਾਨ ਉਸਤਾਦ ਹੀ ਨਹੀਂ ਸੀ ਬਣਿਆ, ਆਪਣੇ ਉਸਤਾਦ ਦਾ ਜਵਾਈ ਵੀ ਬਣਿਆ ਸੀ। ਅਫਸੋਸ ਕਿ ਉਸਨੇ ਵਾਰਿਸ ਨਾ ਉਪਜਾਏ, ਸ਼ਹਿਨਾਈ ਉਸ ਨਾਲ ਹੀ ਸੌਂ ਗਈ। ਧੰਨਵਾਦ। ਖੁਸ਼ੀਆਂ। ਨਿੱਕੀਆਂ ਨਿੱਕੀਆਂ ਖੁਸ਼ੀਆਂ। ਖਾਧੀ ਮੂੰਗਫਲੀ ਦੇ ਛਿੱਲੜਾਂ ਵਿੱਚੋਂ ਡਿੱਗੀ ਗਿਰੀ ਦਾ ਲੱਭ ਪੈਣਾ। ਸਰਦੀਆਂ ਵਿੱਚ ਨਹਾਉਣ ਵੇਲੇ ਟੇਢੀ ਕਰਕੇ ਬਾਲਟੀ ਵਿੱਚੋਂ ਭਰਿਆ ਗਰਮ ਪਾਣੀ ਦਾ ਆਖਰੀ ਮੱਗ ਪਾਉਣਾ। ਗਰਾਈ ਨਾਲ ਸੁਆਦੀ ਦਾਲ ਵਾਲੀ ਕੌਲੀ ਦਾ ਮਾਂਜਣਾ। ਥਕਾਵਟ ਵੇਲੇ ਬਿਨਾਂ ਮੰਗਿਆਂ ਚਾਹ ਮਿਲ ਜਾਣੀ। ਕਿਸੇ ਜੇਬ ਵਿੱਚੋਂ ਅਚਾਨਕ ਪੈਸੇ ਲੱਭ ਪੈਣੇ। ਕਿਸੇ ਗੁਆਚੀ ਚੀਜ਼ ਨੂੰ ਲੱਭਦਿਆਂ ਕਿਸੇ ਹੋਰ ਕੀਮਤੀ ਚੀਜ਼ ਦਾ ਲੱਭ ਪੈਣਾ। ਜਿਸ ਸਮਾਗਮ 'ਤੇ ਜਾਣ ਨੂੰ ਮਨ ਨਹੀਂ ਸੀ ਕਰ ਰਿਹਾ, ਉਸ ਸਮਾਗਮ ਦੇ ਰੱਦ ਹੋਣ ਦਾ ਸੁਨੇਹਾ ਆ ਜਾਣਾ ਆਦਿ ਹਨ। ਧੰਨਵਾਦ। ਨਿਰਪੱਖ ਦੇਸ਼। ਅਫਗਾਨਿਸਤਾਨ ਨੂੰ ਸਮੁੰਦਰ ਨਹੀਂ ਲੱਗਦਾ। ਜਿਨ੍ਹਾਂ ਦੇਸ਼ਾਂ ਨਾਲ ਸਮੁੰਦਰ ਨਹੀਂ ਲੱਗਦਾ, ਉਹਨਾਂ ਦੇਸ਼ਾਂ ਦੀ ਮਾਨਸਿਕਤਾ ਘਿਰੇ ਹੋਏ ਲੋਕਾਂ ਵਾਲੀ ਹੁੰਦੀ ਹੈ। ਸ੍ਰੀਲੰਕਾ ਅਤੇ ਆਸਟ੍ਰੇਲੀਆ ਦੀ ਕਿਸੇ ਹੋਰ ਦੇਸ਼ ਨਾਲ ਸਰਹੱਦ ਨਹੀਂ ਲੱਗਦੀ, ਜਿਸ ਕਾਰਨ ਇਹਨਾਂ ਦਾ ਕਿਸੇ ਹੋਰ ਦੇਸ਼ ਨਾਲ ਸਰਹੱਦੀ ਝਗੜਾ ਸੰਭਵ ਨਹੀਂ ਹੈ। ਯੂਰਪ ਦੇ ਦੇਸ਼ ਸਵਿਟਜ਼ਰਲੈਂਡ ਨੂੰ ਵੀ ਸਮੁੰਦਰ ਨਹੀਂ ਲੱਗਦਾ। ਸਵਿਟਜ਼ਰਲੈਂਡ ਨੇ ਆਪਣਾ ਬਚਾਓ ਨਿਰਪੱਖ ਰਹਿਣ ਨਾਲ ਕੀਤਾ ਹੈ, ਜਿਸ ਕਾਰਨ ਜਦੋਂ ਦੋ ਦੇਸ਼ਾਂ ਦਾ ਆਪਸ ਵਿੱਚ ਝਗੜਾ ਹੁੰਦਾ ਹੈ ਤਾਂ ਸਮਝੌਤੇ ਦੀ ਗੱਲਬਾਤ ਨਿਰਪੱਖ ਦੇਸ਼ ਸਵਿਟਜ਼ਰਲੈਂਡ 'ਚ ਹੁੰਦੀ ਹੈ। ਵਿਸ਼ਵ ਦੀ ਅੰਤਰਰਾਸ਼ਟਰੀ ਅਦਾਲਤ ਸਵਿਟਜ਼ਰਲੈਂਡ ਵਿੱਚ ਹੈ। ਰੈੱਡ ਕਰਾਸ ਦਾ ਮੁੱਖ ਦਫ਼ਤਰ ਸਵਿਟਜ਼ਰਲੈਂਡ ਵਿੱਚ ਹੈ। ਨਿਰਪੱਖਤਾ ਕਾਰਨ ਸਵਿਟਜ਼ਰਲੈਂਡ ਦਾ ਫੌਜੀ ਖਰਚਾ ਕੋਈ ਨਹੀਂ, ਜਿਸ ਕਾਰਨ ਇੱਥੇ ਪ੍ਰਤੀ ਵਿਅਕਤੀ ਆਮਦਨ ਸੰਸਾਰ ਦੇ ਉੱਪਰਲੇ 5 ਅਮੀਰ ਦੇਸ਼ਾਂ ਵਿੱਚੋਂ ਹੈ। ਧੰਨਵਾਦ। ਸੁਭਾਅ। ਅਧਿਆਪਕ ਵਿੱਚ ਸਮਝਾਉਣ ਦੀ ਸੁਭਾਵਕ ਬਿਰਤੀ ਹੁੰਦੀ ਹੈ। ਅਧਿਆਪਕ ਨੂੰ ਭਾਵੇਂ ਮੰਗਤਾ ਮਿਲ ਜਾਏ, ਅਧਿਆਪਕ ਉਸਨੂੰ ਵਿਦਿਆਰਥੀ ਸਮਝ ਕੇ ਸਮਝਾਉਣ ਲੱਗ ਪੈਂਦਾ ਹੈ। ਇੱਕ ਅਧਿਆਪਕ ਨੇ ਆਏ ਇੱਕ ਮੰਗਤੇ ਨੂੰ ਵੇਖ ਕੇ ਕਿਹਾ, ਸ਼ਰਮ ਨਹੀਂ ਆਉਂਦੀ? ਰਿਸ਼ਟ ਪੁਸ਼ਟ ਹੋ ਕੇ ਮੰਗਤਾ ਬਣਿਆ ਹੋਇਆ। ਸ੍ਰੀਮਾਨ ਜੀ, ਤੁਹਾਨੂੰ ਪਤਾ ਹੀ ਨਹੀਂ ਕਿ ਮੰਗਣ ਦੇ ਮੇਰੇ ਧੰਦੇ ਵਿੱਚ ਸਿਹਤ ਦਾ ਹੋਣਾ ਕਿੰਨਾ ਜ਼ਰੂਰੀ ਹੈ। ਹਰ ਰੋਜ਼ ਸਾਰੇ ਸ਼ਹਿਰ ਦਾ ਪੈਦਲ ਚੱਕਰ ਲਾਉਂਦਾ ਹਾਂ। ਇਸ ਕਲੋਨੀ ਬਾਰੇ ਸੁਣ ਲਓ। ਇੱਥੇ ਬਹੁਤੇ ਅਧਿਆਪਕ ਰਹਿੰਦੇ ਹਨ। ਪੈਸੇ ਨਹੀਂ ਦਿੰਦੇ, ਨਾਸ਼ਤਾ ਖਵਾ ਦਿੰਦੇ ਹਨ। 6-7 ਵਾਰ ਨਾਸ਼ਤਾ ਖਾਣਾ ਪੈਂਦਾ। ਤੁਸੀਂ ਦੱਸੋ, ਰਿਸ਼ਟ ਪੁਸ਼ਟ ਨਾ ਹੋਵਾਂਗਾ ਤਾਂ ਹੋਰ ਕੀ ਹੋਵਾਂਗਾ? ਧੰਨਵਾਦ। ਪਸੰਦੀਦਾ ਵਿਸ਼ਾ। ਚਾਰਲਸ ਡਾਰਵਿਨ ਦਾ ਪਿਤਾ ਇੱਕ ਕਾਮਯਾਬ, ਅਮੀਰ ਅਤੇ ਪ੍ਰਸਿੱਧ ਡਾਕਟਰ ਸੀ। ਉਸਨੂੰ ਆਪਣੇ 2 ਪੁੱਤਰਾਂ ਤੋਂ ਵੱਡੀਆਂ ਆਸਾਂ ਸਨ।
ਚਾਰਲਸ ਪਿਤਾ ਦੀਆਂ ਆਸਾਂ 'ਤੇ ਪੂਰਾ ਉਤਰਦਾ ਵਿਖਾਈ ਨਹੀਂ ਸੀ ਦਿੰਦਾ। ਉਸ ਨੂੰ ਅਲਜਬਰਾ ਨਹੀਂ ਸੀ ਆਉਂਦਾ ਅਤੇ ਸਨਾਤਨੀ ਭਾਸ਼ਾਵਾਂ ਵਿੱਚ ਉਹਦੀ ਰੁਚੀ ਨਹੀਂ ਸੀ। ਉਸ ਦੀ ਪੁਸਤਕਾਂ ਰਾਹੀਂ ਸੰਸਾਰ ਨੂੰ ਜਾਣਨ ਵਿੱਚ ਦਿਲਚਸਪੀ ਨਹੀਂ ਸੀ। ਉਸ ਨੂੰ ਘਰੋਂ ਬਾਹਰਲਾ ਸੰਸਾਰ, ਤਿੱਤਲੀਆਂ, ਫੁੱਲ, ਪੱਥਰ, ਪੰਛੀ ਅਤੇ ਪਸ਼ੂ ਖਿੱਚ ਪਾਉਂਦੇ ਸਨ। ਪਰ ਪਿਤਾ ਲਈ ਇਹ ਸਾਰੇ ਸ਼ੌਕ ਸਨ, ਜਿਹੜੇ ਉਪਜੀਵਕਾ ਦਾ ਸਾਧਨ ਨਹੀਂ ਬਣ ਸਕਦੇ ਸਨ। ਪਿਤਾ ਨੇ ਇੱਕ ਵਾਰੀ ਗੁੱਸੇ 'ਚ ਕਿਹਾ, ਤੂੰ ਪਰਿਵਾਰ ਅਤੇ ਆਪਣੇ ਆਪ ਲਈ ਕਲੰਕ ਹੋਏਗਾ। ਨਰਮ ਦਿਲ ਹੋਣ ਕਰਕੇ ਉਹਨੇ ਡਾਕਟਰੀ ਦੀ ਪੜ੍ਹਾਈ ਛੱਡ ਦਿੱਤੀ ਸੀ। ਪਿਤਾ ਨੇ ਉਸ ਨੂੰ ਪਾਦਰੀ ਬਣਾਉਣ ਦਾ ਯਤਨ ਕੀਤਾ, ਪਰ ਇਸ ਲਈ ਡਿਗਰੀ ਦੀ ਲੋੜ ਸੀ। ਬੜੀ ਮੁਸ਼ਕਿਲ ਨਾਲ ਦਾਖਲਾ ਮਿਲਿਆ, ਪਰ ਇੱਥੇ ਵੀ ਉਹਦੀ ਦਿਲਚਸਪੀ ਪੌਦਿਆਂ ਅਤੇ ਪਸ਼ੂਆਂ ਵਿੱਚ ਸੀ। ਸਬੱਬ ਨਾਲ ਉਸ ਨੂੰ ਪਤਾ ਲੱਗਾ ਕਿ ਇੱਕ ਸਮੁੰਦਰੀ ਜਹਾਜ਼ 5 ਸਾਲ ਦੀ ਲੰਮੀ ਖੋਜ ਯਾਤਰਾ 'ਤੇ ਜਾ ਰਿਹਾ ਸੀ। ਕੈਂਬਰਿਜ ਵਿੱਚ ਉਸ ਦੇ ਪ੍ਰੋਫੈਸਰ ਨੇ ਉਸ ਨੂੰ ਆਪਣੇ ਸਹਾਇਕ ਵਜੋਂ ਨਾਲ ਲੈ ਜਾਣ ਦੀ ਪੇਸ਼ਕਸ਼ ਕੀਤੀ। ਉਹ ਮਾਪਿਆਂ ਦੀ ਵਿਰੋਧਤਾ ਦੇ ਬਾਵਜੂਦ ਚਲਾ ਗਿਆ। ਉਸਨੇ ਖੋਜ ਤਾਂ ਇਹਨਾਂ 5 ਸਾਲਾਂ ਵਿੱਚ ਕਰ ਲਈ ਸੀ, ਪਰ ਉਹ ਕਈ ਵਰ੍ਹੇ ਆਪਣੀ ਖੋਜ ਵਿੱਚੋਂ ਦੋਸ਼ਾਂ ਨੂੰ ਦੂਰ ਕਰਦਾ ਰਿਹਾ। ਜਦੋਂ ਉਸ ਨੂੰ ਵਿਸ਼ਵਾਸ ਹੋ ਗਿਆ ਕਿ ਉਹਨੇ ਆਪਣੀ ਖੋਜ ਦੇ ਸਿੱਟੇ ਛਪਵਾਏ ਤੇ ਉਹ ਸੰਸਾਰ ਦਾ ਸਭ ਤੋਂ ਵੱਧ ਪ੍ਰਸਿੱਧ ਜੀਵ ਵਿਗਿਆਨੀ ਹੋ ਨਿਬੜਿਆ। ਧੰਨਵਾਦ। ਮੁਕੰਮਲ। ਜਦੋਂ ਸਿਧਾਰਥ ਯਸ਼ੋਧਰਾ ਨੂੰ ਛੱਡ ਕੇ ਚਲਾ ਗਿਆ ਤਾਂ ਉਹ ਬਹੁਤ ਉਦਾਸ ਹੋ ਗਈ ਹੋਏਗੀ। ਉਸਨੇ ਆਪਣੇ ਪੁੱਤਰ ਨੂੰ ਪਾਲਣਾ ਹੀ ਆਪਣਾ ਕੁੱਲ ਵਕਤੀ ਰੁਝੇਵਾਂ ਬਣਾ ਲਿਆ ਸੀ। ਕਈਆਂ ਨੇ ਮੁੜ ਵਿਆਹ ਕਰਨ ਦਾ ਸੁਝਾਅ ਦਿੱਤਾ, ਪਰ ਯਸ਼ੋਧਰਾ ਨੇ ਇਨਕਾਰ ਕਰ ਦਿੱਤਾ। ਸਿਧਾਰਥ ਜਦੋਂ ਵਾਪਸ ਮੁੜਿਆ ਉਦੋਂ ਉਹ ਬੁੱਧ ਸੀ, ਉਹ ਸਿਧਾਰਥ ਨਹੀਂ ਸੀ। ਪਤਨੀ ਨੇ ਕਿਹਾ, ਹੁਣ ਲੋਕ ਤੁਹਾਨੂੰ ਬੁੱਧ ਕਹਿੰਦੇ ਹਨ। ਹਾਂ, ਹੁਣ ਮੈਨੂੰ ਇਸ ਨਾਂ ਨਾਲ ਬੁਲਾਇਆ ਜਾਂਦਾ ਹੈ। ਯਸ਼ੋਧਰਾ ਨੇ ਪੁੱਛਿਆ, ਪਰ ਬੁੱਧ ਦਾ ਅਰਥ ਕੀ ਹੈ? ਬੁੱਧ ਦਾ ਅਰਥ ਹੈ ਜਾਗਿਆ ਹੋਇਆ, ਜਾਣਨ ਵਾਲਾ, ਜਿਸ ਨੂੰ ਗਿਆਨ ਹੋ ਗਿਆ ਹੋਵੇ। ਯਸ਼ੋਧਰਾ ਨੇ ਕਿਹਾ, ਗਿਆਨ ਸਾਨੂੰ ਦੋਹਾਂ ਨੂੰ ਹੋਇਆ ਹੈ। ਤੁਹਾਡਾ ਗਿਆਨ ਸਾਰਾ ਸੰਸਾਰ ਜਾਣੇਗਾ, ਮੇਰਾ ਗਿਆਨ ਛੁਪਿਆ ਰਹੇਗਾ। ਬੁੱਧ ਨੇ ਪੁੱਛਿਆ, ਤੈਨੂੰ ਕੀ ਗਿਆਨ ਹੋਇਆ ਹੈ? ਯਸ਼ੋਧਰਾ ਦੀਆਂ ਅੱਖਾਂ ਅਣਵਹਾਏ ਰਹਿ ਗਏ ਅਥਰੂਆਂ ਦੀ ਚਮਕ ਨਾਲ ਜਾਗ ਪਈਆਂ। ਉਸਨੇ ਕਿਹਾ, ਮੈਨੂੰ ਇਹ ਗਿਆਨ ਪ੍ਰਾਪਤ ਹੋਇਆ ਹੈ ਕਿ ਹੌਸਲੇ ਵਾਲੀ ਬਲਵਾਨ ਔਰਤ ਨੂੰ ਮੁਕੰਮਲ ਹੋਣ ਲਈ ਕਿਸੇ ਦੀ ਲੋੜ ਨਹੀਂ। ਉਹ ਆਪਣੇ ਆਪ ਵਿੱਚ ਮੁਕੰਮਲ ਹੈ। ਧੰਨਵਾਦ। ਉਚੇਰੀ ਅਕਲ। ਲੰਗੂਰ ਰਸਤਾ ਪਾਰ ਕਰਨ ਤੋਂ ਪਹਿਲਾਂ ਆਪ ਅੱਗੇ ਹੋ ਕੇ ਵੇਖਦਾ ਹੈ ਕਿ ਰਸਤਾ ਸਾਫ਼ ਹੈ, ਸੁਰੱਖਿਅਤ ਹੈ। ਫਿਰ ਮਦੀਨਾ ਨੂੰ ਚੱਲਣ ਲਈ ਇਸ਼ਾਰਾ ਕਰਦਾ ਹੈ। ਜਦੋਂ ਮਦੀਨਾ ਲੰਘ ਰਹੀਆਂ ਹੋਣ ਤਾਂ ਸਭ ਤੋਂ ਪਿੱਛੇ ਹੋ ਕੇ ਵੇਖਦਾ ਹੈ ਕਿ ਸਾਰੀਆਂ ਲੰਘ ਗਈਆਂ ਹਨ ਕਿ ਨਹੀਂ, ਤੇ ਫਿਰ ਆਪ ਲੰਘਦਾ ਹੈ। ਭਾਵੇਂ ਨਸਲ ਲੰਗੂਰਾਂ ਦੀ ਹੈ, ਪਰ ਅਕਲ ਮਨੁੱਖਾਂ ਨਾਲੋਂ ਉਚੇਰੀ ਹੈ। ਧੰਨਵਾਦ। ਬਾਣੀਏ। ਬਾਣੀਆਂ ਤਾਂ ਬਾਣੀਆਂ ਹੁੰਦਾ ਹੈ। ਪੈਸੇ ਦੀ ਸੱਟ ਨਾ ਮਾਰੋ, ਬਾਕੀ ਸਭ ਕੁਝ ਹਾਜ਼ਰ ਹੁੰਦਾ ਹੈ। ਬਾਣੀਏ ਨੂੰ ਕੰਜੂਸ ਕਹਿਣ ਦੀ ਲੋੜ ਨਹੀਂ, ਕੰਜੂਸ ਨੂੰ ਬਾਣੀਆਂ ਕਹਿ ਲਿਆ ਜਾਂਦਾ ਹੈ। ਜੇ ਕੋਈ ਕੰਜੂਸ ਵੀ ਹੋਵੇ ਤੇ ਬਾਣੀਆਂ ਵੀ ਹੋਵੇ ਤਾਂ ਸੋਨੇ ਤੇ ਸੁਹਾਗੇ ਵਾਲੀ ਗੱਲ ਹੁੰਦੀ ਹੈ। ਇੱਕ ਕੰਜੂਸ ਬਾਣੀਆਂ ਕਿਸੇ ਨਾਲ ਮੁਜਰਾ ਵੇਖਣ ਗਿਆ। ਸਾਰੀ ਰਾਤ ਮੁਜਰਾ ਵੇਖਿਆ। ਬਾਈ ਨੇ ਕਿਹਾ, ਲਾਲਾ ਜੀ, ਮੈਂ ਤੁਹਾਨੂੰ ਖੁਸ਼ ਕੀਤਾ ਹੈ, ਹੁਣ ਤੁਸੀਂ ਮੈਨੂੰ ਖੁਸ਼ ਕਰੋ। ਲਾਲਾ ਜੀ ਉੱਠ ਕੇ ਨੱਚਣ ਲੱਗ ਪਏ। ਧੰਨਵਾਦ। ਗੁਲਾਬ ਦਾ ਫੁੱਲ। ਗੁਲਾਬ ਮੁਹੱਬਤ, ਖੂਬਸੂਰਤੀ, ਜਵਾਨੀ ਤੇ ਜ਼ਿੰਦਗੀ ਦਾ ਪ੍ਰਤੀਕ ਹੈ। ਜਦੋਂ ਵੀ ਕਿਸੇ ਨੂੰ ਜ਼ਿੰਦਗੀ, ਜਵਾਨੀ, ਸੁੰਦਰਤਾ ਤੇ ਮੁਹੱਬਤ ਦਾ ਪੈਗਾਮ ਦੇਣਾ ਹੋਵੇ ਤਾਂ ਇੱਕ ਗੁਲਾਬ ਹੀ ਕਾਫੀ ਹੈ। ਨਾ ਦੇਣ ਵਾਲੇ ਨੂੰ ਸੰਸਾ, ਨਾ ਲੈਣ ਵਾਲੇ ਨੂੰ ਭੁਲੇਖਾ। ਗੁਲਾਬ ਸਵੀਕਾਰ ਹੋਵੇਗਾ। ਧੰਨਵਾਦ।